Hello guys, I'm Neha Sharma from Ace English Academy. ਅੱਜ ਆਪਾਂ ਸਿੱਖਾਂਗੇ ਰਾਈਟਿੰਗ ਟਾਸਕ 1। ਰਾਈਟਿੰਗ ਟਾਸਕ 1 ਅੱਗੇ 6 ਟਾਈਪ ਦਾ ਹੁੰਦਾ ਹੈ ਪਰ ਅੱਜ ਆਪਾਂ ਕਵਰ ਕਰਾਂਗੇ ਪ੍ਰੋਸੈਸ ਚਾਰਟ। ਪ੍ਰੋਸੈਸ ਚਾਰਟ ਦੇ ਵਿੱਚ ਕੀ ਚੀਜ਼ ਹੈ ਜੋ ਬੱਚੇ ਬਹੁਤ ਜ਼ਿਆਦਾ ਮਿਸਟੇਕਸ ਕਰ ਜਾਂਦੇ ਆ ਜਾਂ ਉਹਨਾਂ ਨੂੰ ਡਿਸਕ੍ਰਾਈਬ ਹੀ ਨਹੀਂ ਕਰਨਾ ਆਉਂਦਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਗ੍ਰਾਮਰ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਪ੍ਰੋਸੈਸ ਚਾਰਟ ਦੇ ਵਿੱਚ ਇੱਕੋ ਹੀ ਚੀਜ਼ ਨੂੰ ਵਾਰ-ਵਾਰ ਯੂਜ਼ ਕਰਦੇ ਰਹਿੰਦੇ ਨੇ, ਉਹ ਹੈ ਪੈਸਿਵ ਸੈਂਟੈਂਸਿਸ। ਪਰ ਅੱਜ ਆਪਾਂ ਸਿੱਖਾਂਗੇ ਕਿ ਆਪਾਂ ਡਿਫਰੈਂਟ ਟਾਈਪ ਦੇ ਗ੍ਰਾਮੈਟੀਕਲ ਸਟਰਕਚਰਸ ਕਿਵੇਂ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਣਾ ਏਮ ਕੀ ਹੈ ਅੱਜ ਦੀ ਕਲਾਸ ਦਾ, ਉਹ ਹੈ ਵੀ ਪਹਿਲਾਂ ਆਪਾਂ ਪ੍ਰੋਸੈਸ ਨੂੰ ਸਮਝਣਾ ਕਿਵੇਂ, ਅੰਡਰਸਟੈਂਡਿੰਗ ਦਾ ਪ੍ਰੋਸੈਸ। ਦੈਨ ਆਪਾਂ ਸਿੱਖਾਂਗੇ ਕਿ ਕਿਵੇਂ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਡਿਫਰੈਂਟ ਸਟੈਪਸ ਨੂੰ, ਕਿਉਂਕਿ ਜੋ ਵੀ ਪ੍ਰੋਸੈਸ ਚਾਰਟ ਹੁੰਦਾ ਉਹਦੇ 'ਚ ਡਿਫਰੈਂਟ ਆਪਣੇ ਕੋਲ ਸਟੈਪਸ ਦਿੱਤੇ ਹੁੰਦੇ ਆ। ਇਹ ਕਿੰਨੇ ਵੀ ਹੋ ਸਕਦੇ ਆ, 10 ਤੋਂ 15, 3 ਤੋਂ 4 ਵੀ ਹੋ ਸਕਦੇ ਆ, ਡਿਪੈਂਡਿੰਗ ਔਨ ਦਾ ਪ੍ਰੋਸੈਸ ਵੀ ਆਪਾਂ ਨੂੰ ਆਇਆ ਕਿਹੜਾ। ਫਿਰ ਆਪਾਂ ਜੇ ਆਪਣੇ ਕੋਲ ਬਹੁਤ ਜ਼ਿਆਦਾ ਸਟੈਪਸ ਦਿੱਤੇ ਹੋਏ ਨੇ ਤਾਂ ਆਪਾਂ ਉਹਨਾਂ ਨੂੰ ਕੰਬਾਈਨ ਕਰਕੇ ਕਿਵੇਂ ਲਿਖਣਾ, ਕਿਉਂਕਿ ਜ਼ਿਆਦਾਤਰ ਬੱਚੇ ਕਈ ਵਾਰ ਕੀ ਕਰਦੇ ਆ, ਹਰ ਇੱਕ ਸਟੈਪ ਨੂੰ ਅਲੱਗ-ਅਲੱਗ ਸੈਂਟੈਂਸ ਦੇ ਵਿੱਚ ਡਿਸਕ੍ਰਾਈਬ ਕਰਨਾ ਸ਼ੁਰੂ ਕਰ ਦਿੰਦੇ ਆ, ਜਿਹਦੇ ਨਾਲ ਉਹਨਾਂ ਦਾ ਜੋ ਪ੍ਰੋਸੈਸ ਚਾਰਟ ਹੈ ਬਹੁਤ ਹੀ ਲੈਂਥੀ ਚਲਾ ਜਾਂਦਾ ਹੈ ਤੇ ਬਹੁਤ ਇਫੈਕਟਿਵ ਤਰੀਕੇ ਨਾਲ ਨਹੀਂ ਲਿਖਿਆ ਜਾਂਦਾ, ਕਿਉਂਕਿ ਸੇਮ ਹੀ ਸਟਰਕਚਰ ਬਾਰ-ਬਾਰ ਰਿਪੀਟ ਹੁੰਦਾ ਰਹਿੰਦਾ ਹੈ। ਫਿਰ ਆਪਾਂ ਗੱਲ ਕਰਦੇ ਹਾਂ ਡਿਫਰੈਂਟ ਗ੍ਰਾਮੈਟੀਕਲ ਸਟਰਕਚਰਸ। ਜਿਵੇਂ ਕਿ ਮੈਂ ਦੱਸਿਆ ਕਿ ਜ਼ਿਆਦਾਤਰ ਬੱਚੇ ਕੀ ਯੂਜ਼ ਕਰਦੇ ਆ, ਸਿਰਫ ਪੈਸਿਵ ਸੈਂਟੈਂਸ ਯੂਜ਼ ਕਰਦੇ ਆ ਔਰ ਜਾਂ ਇੱਕ ਅੱਧਾ ਐਕਟਿਵ ਯੂਜ਼ ਕਰ ਦਿੰਦੇ ਆ। ਅਦਰਵਾਈਜ਼ ਉਹਨਾਂ ਕੋਲ ਹੋਰ ਕੋਈ ਸਟਰਕਚਰਸ ਨਹੀਂ ਹੁੰਦਾ ਉਹਨੂੰ ਡਿਸਕ੍ਰਾਈਬ ਕਰਨ ਦਾ ਚਾਰਟ ਨੂੰ। ਫਿਰ ਆਪਾਂ ਆਈਡੈਂਟੀਫਾਈ ਕਰਾਂਗੇ ਸਟੇਜਸ ਨੂੰ, ਇਹ ਬਹੁਤ ਹੀ ਜ਼ਰੂਰੀ ਹੈ। ਜੇ ਤਾਂ ਆਪਾਂ ਬੈਂਡ 6.5 7 7 ਐਂਡ ਅਬਵ ਲੈਣੀ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਬੱਚੇ ਦੇਖਣ ਕਿ ਆਪਾਂ ਸਟੇਜਸ ਕੀ ਹੈ ਆਪਣੇ ਪ੍ਰੋਸੈਸ ਦੀ। ਜ਼ਿਆਦਾਤਰ ਬੱਚੇ ਜਿਹੜਾ ਓਵਰਵਿਊ ਲਿਖਦੇ ਆ ਉਹਦੇ ਵਿੱਚ ਸਟੇਜਸ ਮੈਂਸ਼ਨ ਹੀ ਨਹੀਂ ਕਰਦੇ। ਸਟੇਜਸ ਲਿਖਣਾ ਬਹੁਤ ਜ਼ਰੂਰੀ ਹੈ। ਤੁਸੀਂ ਜੇ 7 ਬੈਂਡ ਡਿਸਕ੍ਰਿਪਟਿਵ ਪੜ੍ਹਿਆ ਤਾਂ ਉਹਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਹੈ ਕਿ ਤੁਸੀਂ ਜਦੋਂ ਪ੍ਰੋਸੈਸ ਚਾਰਟ ਲਿਖਣਾ, ਕਿਉਂਕਿ ਪ੍ਰੋਸੈਸ ਚਾਰਟ ਦੇ ਵਿੱਚ ਹੀ ਸਿਰਫ ਸਟੇਜਸ ਹੁੰਦੀਆਂ, ਹੋਰ ਕਿਸੇ ਦੇ ਵਿੱਚ ਸਟੇਜਸ ਨਹੀਂ ਹੁੰਦੀਆਂ, ਤਾਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਸਟੇਜਸ ਆਪਾਂ ਜ਼ਰੂਰ ਮੈਂਸ਼ਨ ਕਰਨੀਆਂ, ਪਰ ਕਈ ਬੱਚਿਆਂ ਨੂੰ ਤਾਂ ਆਈਡੈਂਟੀਫਾਈ ਕਰਨੀਆਂ ਹੀ ਨਹੀਂ ਆਉਂਦੀਆਂ। ਫਿਰ ਆਪਾਂ ਕਰਾਂਗੇ ਰਾਈਟਿੰਗ ਐਂਡ ਓਵਰਵਿਊ, ਆਪਾਂ ਕਿਸ ਤਰੀਕੇ ਇੱਕ ਬਹੁਤ ਹੀ ਇਫੈਕਟਿਵ ਓਵਰਆਲ ਲਿਖ ਸਕਦੇ ਹਾਂ। ਜ਼ਿਆਦਾਤਰ ਬੱਚੇ ਕਹਿੰਦੇ ਨੇ ਕਿ ਪ੍ਰੋਸੈਸ ਸਟਾਰਟ ਹੁੰਦਾ ਹੈ ਇਸ ਪਰਟੀਕੂਲਰ ਸਟੇਜ ਤੋਂ ਤੇ ਸਾਰੇ ਦੇ ਸਾਰੇ ਮੋਸਟ ਆਫ ਦਾ ਸਟੈਪਸ ਆਰ ਵੈਰੀ ਨੈਸੈਸਰੀ ਟੂ ਕੈਰੀ ਆਊਟ ਔਰ ਟੂ ਫੋਲੋ ਟੂ ਮੇਕ ਦਾ ਫਾਈਨਲ ਪ੍ਰੋਡਕਟ। ਤਾਂ ਉਹਨਾਂ ਦਾ ਇਹੀ ਓਵਰਆਲ ਸਟਰਕਚਰ ਹੋ ਜਾਂਦਾ ਹੈ ਜਦੋਂ ਓਵਰਵਿਊ। ਉਹ ਬਹੁਤ ਹੀ ਇਨਐਕੂਰੇਟ ਲੱਗਦਾ ਹੈ ਔਰ ਬਿਲਕੁਲ ਵੀ ਕਨਵਿੰਸਿੰਗ ਨਹੀਂ ਲੱਗਦਾ ਔਰ ਐਗਜ਼ਾਮੀਨਰ ਇੰਪ੍ਰੈਸ ਨਹੀਂ ਹੁੰਦਾ। ਫਿਰ ਆਪਾਂ ਗੱਲ ਕਰਦੇ ਹਾਂ ਪੈਰਾਗ੍ਰਾਫ ਸਟਰਕਚਰਿੰਗ ਦੀ, ਕਿ ਕਿਸ ਤਰੀਕੇ ਆਪਾਂ ਇਹਦੇ ਪੈਰਾਗ੍ਰਾਫ ਨੂੰ ਸਟਰਕਚਰ ਕਰ ਸਕਦੇ ਹਾਂ, ਵੀ ਕਿਸ ਤਰੀਕੇ ਆਪਾਂ ਇੰਟਰੋਡਕਸ਼ਨ ਲਿਖ ਸਕਦੇ ਹਾਂ, ਕਿਵੇਂ ਓਵਰਆਲ ਲਿਖਣਾ ਹੈ, ਕਿਵੇਂ ਆਪਣੇ BB1 ਬਣਾਉਣਾ ਤੇ ਕਿਵੇਂ BB2 ਬਣਾਉਣਾ। ਫਿਰ ਆਪਾਂ ਸਟਾਰਟ ਕਰਦੇ ਹਾਂ ਕਿ ਕਿਵੇਂ ਆਪਾਂ ਅੰਡਰਸਟੈਂਡ ਕਰ ਸਕਦੇ ਹਾਂ ਆਪਣੀ ਮੈਪ ਨੂੰ। ਸੌਰੀ, ਮੈਪ ਟਾਸਕ ਕਹਿ ਰੱਖਿਆ, ਇਹ ਫੋਲੋ ਚਾਰਟ। ਦ ਪਿਕਚਰ ਸ਼ੋਜ਼ ਹਾਊ ਟੋਮੈਟੋ ਕੈਚਅਪ ਇਜ਼ ਮੇਡ, ਵੀ ਕਿਸ ਤਰੀਕੇ ਆਪਾਂ ਕੈਚਅਪ ਬਣਾਉਂਦੇ ਹਾਂ, ਤਾਂ ਇਹ ਆਪਾਂ ਨੂੰ ਡਿਸਕ੍ਰਾਈਬ ਕਰਨਾ ਦੱਸੋ। ਤਾਂ ਇਹਦੇ ਵਿੱਚ ਫਸਟ ਸਟੈਪ ਦਿੱਤਾ ਹੋਇਆ ਕਿ ਪਿਕ ਟੋਮੈਟੋਜ਼ ਐਂਡ ਪੁੱਟ ਇਨ ਬਾਸਕਟ, ਵੀ ਆਪਾਂ ਬਾਸਕਟ ਦੇ ਵਿੱਚ ਜੋ ਵੀ ਫਾਰਮ ਵਰਕਰਸ ਆ। ਹੁਣ ਇਹਦੇ ਵਿੱਚ ਦੇਖੋ, ਇਹਦੇ 'ਚ ਇੱਕ ਪਰਸਨ ਦਿਖਾਇਆ ਗਿਆ, ਮਤਲਬ ਕੰਮ ਕਰਨ ਵਾਲਾ ਬੰਦਾ ਦਿਖਾਇਆ ਗਿਆ, ਤਾਂ ਆਪਾਂ ਇੱਥੇ ਐਕਟਿਵ ਸੈਂਟੈਂਸ ਯੂਜ਼ ਕਰ ਸਕਦੇ ਹਾਂ ਵੀ ਫਾਰਮਰਸ ਪਿਕ ਦਾ ਪਿਕ ਨੂੰ ਆਪਾਂ ਹੋਰ ਕੁਝ ਕਹਿ ਸਕਦੇ ਹਾਂ, ਗੈਦਰ ਕਰ ਸਕਦੇ ਹਾਂ, ਪਲੱਕ ਕਰ ਸਕਦੇ ਹਾਂ ਟੋਮੈਟੋਜ਼ ਐਂਡ ਦੇ ਆਰ ਗੈਦਰਡ ਇਨਟੂ ਅਕਮੂਲੇਟਡ ਇਨਟੂ ਦ ਬਾਸਕਟ, ਆਪਾਂ ਇੱਦਾਂ ਕਹਿ ਸਕਦੇ ਹਾਂ। ਫਿਰ ਆਪਾਂ ਸੋਰਟ ਗੁੱਡ ਐਂਡ ਬੈਡ ਟੋਮੈਟੋਜ਼, ਇਹ ਵੀ ਹੈ ਮੈਨੂਅਲੀ ਕੰਮ ਕਰ ਰਹੇ ਨੇ, ਤਾਂ ਇਹ ਵੀ ਧਿਆਨ ਰੱਖਣਾ ਹੈ ਕਿ ਇਹ ਪਰਸਨ ਦਿੱਤਾ ਹੋਇਆ ਹੈ। ਜਿੱਥੇ ਹੈਂਡਲ ਵਗੈਰਾ ਦਿੱਤੇ ਹੁੰਦੇ ਨੇ ਇਹ ਵੀ ਆਪਾਂ ਮੈਨੂਅਲੀ ਕਹਿ ਸਕਦੇ ਵੀ ਇਹ ਕੰਮ ਮੈਨੂਅਲੀ ਕੀਤਾ ਗਿਆ। ਜਿਹੜੀਆਂ ਚੀਜ਼ਾਂ ਨਾਲ ਮਸ਼ੀਨਾਂ ਨਾਲ ਕੀਤੇ ਹੋਏ ਆਪਾਂ ਉਹ ਮਕੈਨੀਕਲ ਟਰਮ ਦੇ ਵਿੱਚ ਲੈ ਸਕਦੇ ਹਾਂ। ਫਿਰ ਮੈਂ ਹੁਣ ਦੱਸੂਗੀ ਵੀ ਕਿਸ ਤਰੀਕੇ ਆਪਾਂ ਇੰਨੀਆਂ ਸਟੇਜਸ ਵੀ ਆਈਡੈਂਟੀਫਾਈ ਕਰ ਸਕਦੇ ਹਾਂ। ਤਾਂ ਇਹ ਆਪਣਾ ਪ੍ਰੋਸੈਸ ਹੈ ਜੋ 15 ਸਟੈਪਸ ਦੇ ਵਿੱਚ ਪੂਰਾ ਹੋ ਰਿਹਾ। ਨੈਕਸਟ ਕਰਦੇ ਹਾਂ ਕਿ ਆਨਸਰਿੰਗ ਦਾ ਫੋਲੋਇੰਗ ਕੁਐਸਚਨ ਅਬਾਊਟ ਦਾ ਪ੍ਰੋਸੈਸ। ਦੈਟ ਮੀਨਸ ਵੀ ਜਦੋਂ ਆਪਾਂ ਪਹਿਲੀ ਵਾਰ ਕਿਸੇ ਚਾਰਟ ਨੂੰ ਦੇਖਦੇ ਹਾਂ, ਫਲੋ ਚਾਰਟ ਨੂੰ, ਤਾਂ ਆਪਣੇ ਦਿਮਾਗ 'ਚ ਇਹ ਚਾਰ ਚੀਜ਼ਾਂ ਆਪਣੇ ਦਿਮਾਗ 'ਚ ਆਉਂਦੀਆਂ ਵੀ ਹਾਊ ਮੈਨੀ ਸਟੈਪਸ ਡਜ਼ ਦਾ ਪ੍ਰੋਸੈਸ ਟੇਕ ਟੂ ਕੰਪਲੀਟ, ਕਿੰਨੇ ਕੁ ਮਤਲਬ ਸਟੈਪਸ ਹੈਗੇ ਨੇ ਆਪਣੇ ਪ੍ਰੋਸੈਸ ਨੂੰ ਕੰਪਲੀਟ ਹੋਣ ਵਾਸਤੇ। ਆਪਾਂ ਦੇਖਿਆ ਕਿ ਆਪਣੇ ਚਾਰਟ ਦੇ ਵਿੱਚ 15 ਸਟੈਪਸ ਦੇ ਵਿੱਚ ਹੀ ਕੰਪਲੀਟ ਹੋਏ। ਫਿਰ ਆਪਾਂ ਗੱਲ ਕਰਦੇ ਹਾਂ ਕਿ ਇਜ਼ ਦਾ ਪ੍ਰੋਸੈਸ ਮੈਨੂਅਲ ਔਰ ਮਕੈਨੀਕਲ। ਤਾਂ ਆਪਾਂ ਦੇਖਿਆ ਕਿ ਇਹਦੇ ਵਿੱਚ ਬੰਦੇ ਵੀ ਇਨਵੋਲਵਡ ਨੇ ਔਰ ਮਸ਼ੀਨਸ ਵੀ ਇਨਵੋਲਵਡ ਨੇ ਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਮੈਨੂਅਲ ਵੀ ਹੈ ਤੇ ਮਕੈਨੀਕਲ ਵੀ ਹੈਗਾ। ਫਿਰ ਆਪਾਂ ਗੱਲ ਕਰਦੇ ਹਾਂ ਕਿ ਡਜ਼ ਦਾ ਹੋਲ ਪ੍ਰੋਸੈਸ ਟੇਕ ਪਲੇਸ ਐਟ ਦਾ ਸਿੰਗਲ ਪਲੇਸ ਔਰ ਮਲਟੀ ਪਲੇਸਿਸ। ਤਾਂ ਦੇਖਿਆ ਹੈ ਕਿ ਆਪਣਾ ਜੋ ਪ੍ਰੋਸੈਸ ਚਾਰਟ ਉਹ ਸ਼ੁਰੂ ਹੁੰਦਾ ਹੈ ਖੇਤਾਂ ਚੋਂ, ਕਿ ਫਾਰਮਰਸ ਕੀ ਖੇਤਾਂ ਚੋਂ ਟੋਮੈਟੋਸ ਚੱਕਦੇ ਨੇ
ਫਿਰ ਉਹਨਾਂ ਨੂੰ ਡਿਲੀਵਰ ਕਰਦੇ ਆ ਫੈਕਟਰੀ ਦੇ ਵਿੱਚ। ਫੈਕਟਰੀ ਦੇ ਵਿੱਚ ਜਦੋਂ ਟੋਮੈਟੋ ਬਣ ਜਾਂਦਾ ਹੈ ਤਾਂ ਉਹਨਾਂ ਨੂੰ ਕੀ ਹੈ ਟਰੱਕ ਰਾਹੀਂ ਸੁਪਰਮਾਰਕੀਟਸ ਵਗੈਰਾ ਜਿੱਥੇ ਇਹ ਵੇਚਿਆ ਜਾਂਦਾ ਉੱਥੇ ਭੇਜ ਦਿੱਤਾ ਜਾਂਦਾ। ਤਾਂ ਇਹ ਆਪਣਾ ਜੋ ਮਤਲਬ ਕੀ ਹੈ ਇਹਦਾ ਆਨਸਰ ਕੀ ਹੋਏਗਾ ਕਿ ਜੋ ਪ੍ਰੋਸੈਸ ਹੈ ਉਹ ਕਾਫੀ ਮਲਟੀਪਲ ਪਲੇਸਿਸ ਦੇ ਵਿੱਚ ਟੇਕ ਪਲੇਸ ਹੋ ਰਿਹਾ, ਮਤਲਬ ਪੂਰਾ ਜੋ ਪ੍ਰੋਸੈਸ ਪੂਰੇ ਹੁੰਦੇ ਹੁੰਦੇ ਕਾਫੀ ਪਲੇਸਿਸ ਯੂਜ਼ ਕੀਤੇ ਗਏ। ਤਾਂ ਆਪਣੇ ਇਹ ਲਾਈਨਾਂ ਵੀ ਲਿਖੀਆਂ ਜਾ ਸਕਦੀਆਂ ਕਿ ਦ ਪ੍ਰੋਸੈਸ ਟੇਕਸ ਪਲੇਸ ਵੇਰੀਅਸ ਪਲੇਸਿਸ ਲਾਈਕ ਫਰੋਮ ਫਾਰਮਸ ਟੂ ਫੈਕਟਰੀਜ਼ ਟੂ ਦ ਸੁਪਰਮਾਰਕੀਟਸ, ਵੀ ਇੱਥੇ ਪਹੁੰਚਦੇ ਪਹੁੰਚਦੇ ਹੀ ਕੰਪਲੀਟ ਹੁੰਦਾ। ਫਿਰ ਆਪਾਂ ਗੱਲ ਕਰਦੇ ਇਜ਼ ਦੇयर ਇਜ਼ ਅ ਡੂਅਰ ਇਨ ਈਚ ਆਫ ਦ ਸਟੈਪ, ਵੀ ਹਰ ਇੱਕ ਸਟੈਪ ਦੇ ਵਿੱਚ ਕੋਈ ਡੂਅਰ ਹੈਗਾ, ਕੰਮ ਕਰਨ ਵਾਲਾ ਬੰਦਾ ਹੈਗਾ। ਆਪਾਂ ਦੇਖਿਆ ਕਿ ਆਪਣੇ ਵਾਲੇ ਟਾਸਕ ਦੇ ਵਿੱਚ ਦੋ ਜਗ੍ਹਾ ਤੇ ਤਾਂ ਪਰਸਨ ਦਿੱਤਾ ਹੀ ਹੋਇਆ। ਅੱਜ ਜਦੋਂ ਮੈਨੂਅਲੀ ਪੋਰਿੰਗ ਵਗੈਰਾ ਹੋ ਤਾਂ ਇਹ ਵੀ ਮੈਨੂਅਲੀ ਹੈ ਕਿ ਕਿਸੇ ਬੰਦੇ ਨੇ ਹੱਥ ਨਾਲ ਪੋਰ ਕਰਕੇ ਬੋਟਲਾਂ ਹੱਥਾਂ ਨਾਲ ਮੈਨੂਅਲੀ ਪੋਰ ਕੀਤਾ ਜਾਂਦਾ, ਠੀਕ ਹੈ। ਤਾਂ ਆਪਣਾ ਜੋ ਪ੍ਰੋਸੈਸ ਹੈ ਦੇ ਵਿੱਚ ਹਰ ਇੱਕ ਜਗ੍ਹਾ ਤੇ ਡੂਅਰ ਨਹੀਂ ਹੈਗਾ, ਬਟ ਆਪਾਂ ਐਕਟਿਵ ਸੈਂਟੈਂਸ ਬਣਾ ਸਕਦੇ ਹਾਂ। ਚਲੋ ਸਟਾਰਟ ਕਰਦੇ ਹਾਂ ਆਪਣੀ ਸੈਂਟੈਂਸਿਸ ਨਾਲ, ਜਿੱਥੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਕਿ ਡਿਸਕ੍ਰਾਈਬਿੰਗ ਸਟੈਪ ਇਨ ਅ ਪ੍ਰੋਸੈਸ। ਯੂ ਕੈਨ ਯੂਜ਼ ਦ ਫੋਲੋਇੰਗ ਸਟਰਕਚਰ ਟੂ ਡਿਸਕ੍ਰਾਈਬ ਅ ਸਟੈਪ। ਫਸਟ ਆਫ ਆਲ ਨॉन ਡੂਅਰ ਸੈਂਟੈਂਸ ਸਟਰਕਚਰ, ਜਿਹਦੇ ਵਿੱਚ ਆਪਣਾ ਡੂਅਰ ਨਹੀਂ ਦਿੱਤਾ ਹੁੰਦਾ, ਆਪਣਾ ਸਬਜੈਕਟ ਨਹੀਂ ਦਿੱਤਾ ਹੁੰਦਾ, ਤਾਂ ਆਪਾਂ ਆਹ ਤਿੰਨ ਟਾਈਪ ਦੇ ਸੈਂਟੈਂਸ ਬਣਾ ਸਕਦੇ ਹਾਂ। ਪਹਿਲਾ ਵਾਲਾ ਓਬਵੀਅਸ ਹੈ ਕਿ ਸਾਰੇ ਬੱਚੇ ਯੂਜ਼ ਕਰਦੇ ਆ ਕਿ ਆਬਜੈਕਟ प्लस इज एम आर प्लस थर्ड फॉर्म, डिपेंड करता है कि अपना सब ऑब्जेक्ट केड़ा है। जे अपना ऑब्जेक्ट प्लूरल है तो आप यूज करांगे आर, ते जे अपना सब ऑब्जेक्ट सिंगुलर है तो अपना लगूगा इज। ते ध्यान रखना है कि पैसिव दे विच अपना हमेशा थर्ड फॉर्म यूज करनी होंदी है। कोई बाहली औखी गल नहीं है कि सब पैसिव आंदे ही होंदे, अगर नहीं भी आंदे तो प्लीज़ पहला आपदी पैसिव की प्रैक्टिस शुरू करो। तो देखो जिवें अपने चार्ट दे विच आपां किस तरीके यूज कर सकते हैं अपने पैसिव सेंटेंस। इहदे विच एग्जाम्पल दित्ती हुई है जिवें टोमेटोज आर बॉइल्ड, भी आपां टोमेटोज नूं बॉइल्ड किया जाता है। टोमेटोज आर सॉर्टेड, टोमेटोज नूं सॉर्ट किया जाता है, मतलब छांटिया जाता है, कैटेगराइज किया जाता है। हुण इहदे विच आपां पूरे दा पूरा चार्ट वैसे पैसिव सेंटेंस नाल बना सकते हैं। जिवें सब तो पहला द वेरी फर्स्ट डे स्टार्ट्स विद द कलैक्शन ऑफ टोमेटो, या टोमेटोज आर कलैक्टेड, टोमेटोज नूं कलैक्ट किया जाता है। दैन दे आर सॉर्टेड आउट, फिर उन्होंने सॉर्ट किया जाता है इनटू गुड एंड बैड कैटेगरी। फिर आप कह सकते हैं कि इन्हू ट्रक राही फैक्ट्री च भेजा जाता है, तो आप कहेंगे टोमेटोज या कलैक्टेड टोमेटोज आर सेंट टू फैक्ट्रीज। फिर उन्होंने स्किन या उत्थे हेयर देयर स्किन एंड देयर सीड्स आर रिमूव्ड, क्योंकि ये भी प्लूरल है, आर रिमूव्ड। फिर उन्होंने एक कंटेनर से इकट्ठा कर लिया जाता है, दे आर कलैक्टेड इनटू अ कंटेनर। फिर आफ्टर बाद इन्हों आप की करते हैं कि मशीन च पा के इन्हों क्रश किया जाता है। आप कह सकते हैं कि एक मशीन इज यूज टू क्रश या मैश द टमेटोज। फिर इन्होंने शुगर विनीगर सॉल्ट ऐड कर देनी है, तो यह भी कह सकते हैं कि 3 थिंग्स आर एडेड टू द क्रश्ड टमेटो या प्यूरी कह सकते हैं इन द प्यूरी। फिर आप कह सकते हैं बॉयल किया जाता है, दैन दिस प्यूरी इज बॉयल्ड। हूँ देखो मैं टमेटोज की थां ते प्यूरी यूज कर रही हाँ, लिक्विड फॉर्म कह सकते हैं भी ये यूज कर। फिर इनू ठंडा होने लिए की कर देने छड़ देने 2 घंटे लिए, दैन इट इज लैफ्ट टू कूल डाउन फॉर एटलीस्ट 2 आवर्स। फिर जो ठंडा हो जाता है इनू बोतलों के पोर कर दिता जाता है। वैन इट इज कूल डाउन, वैन द प्यूरी इज, वैन द कैचअप इज रेडी, इट इज ट्रांसफर्ड, इनू ट्रांसफर कर सकते हैं, दीज आर ट्रांसफर्ड इनटू बॉटल्स। देखो आप पूरे का पूरा जो चार्ट है डिस्क्राइब कर सकते हैं इको सेंटेंस स्ट्रक्चर के। प्रॉब्लम कोई नहीं है, पर आप अपनी रेंज नहीं दिखा पा रहे हैं। आप बहुत सारी वडिया वर्डिंग भी यूज कर सकते हैं, सब कुछ यूज कर सकते हैं, पर अपनी ग्रामेटिकल रेंज एंड एक्यूरेसी नहीं है। तो मैनू नहीं लगता कोई एग्जामिनर सिर्फ इको टाइप के सेंटेंस स्ट्रक्चर को देख के इंप्रेस हो सकता है या अच्छा भी बच्चे ने बहुत अच्छा लिखा है। जे आप जमा भी मिसटेक नहीं की शायद आपको 6 दे दे, पर उस तो बाद की उम्मीद भी नहीं रख सकते कि आप इको सेंटेंस स्ट्रक्चर यूज करके आप अच्छा स्कोर कर सकते हैं। तो अपना सैकेंड स्ट्रक्चर है तां करके कि आप ज़्यादा तो ज़्यादा कम से कम अपने पूरे के पूरे टास्क के कम से कम 5-6 टाइप के 7 टाइप के अपने स्ट्रक्चर्स हों, ताकि आप शो कर सके कि हाँ सानू बहुत अच्छे तरीके इनू डिस्क्राइब करना आता है। तो दूसरा अपना है ये कह सकते हैं ऑब्जेक्ट, भी जोड़ा भी अपना ऑब्जेक्ट है, जी भी चीज़ को बना रहे हैं, गो थ्रू या गोज थ्रू, डिपेंड करता है कि अपना ऑब्जेक्ट सिंगुलर है कि प्लूरल है। अगर अपना सब्जेक्ट सिंगुलर है तो आप लावे गोज थ्रू ए प्रोसैस ऑफ, जे अपना ऑब्जेक्ट प्लूरल है
ਤਾਂ ਆਪਾਂ ਲਾਵਾਂਗੇ ਗੋ ਥਰੂ। ਜਿਵੇਂ ਟੋਮੈਟੋਜ਼ ਆਪਣੇ ਕੋਲੇ ਤਾਂ ਆਪਾਂ ਕਹਾਂਗੇ ਟੋਮੈਟੋਜ਼ ਗੋ ਥਰੂ ਅ ਪ੍ਰੋਸੈਸ ਆਫ। ਹੁਣ ਵਰਬਲ ਨਾਉਨ ਕੀ ਹੈ, ਜਿਹੜੀ ਵਰਬ ਤੋਂ ਬਣੀ ਹੋਈ ਹੈ ਨਾ, ਆਈਐਨਜੀ ਲਾ ਕੇ ਜਾਂ TION ਲਾ ਕੇ ਆਪਾਂ, ਜਿਵੇਂ ਕਲੈਕਟ ਕਲੈਕਸ਼ਨ, ਬੋਇਲ ਬੋਇਲਿੰਗ, ਇਹ ਆਪਣੀਆਂ ਵਰਬਲ ਨਾਉਨ ਹੋਣਗੇ। ਤਾਂ ਆਪਾਂ ਕੀ ਕਰ ਸਕਦੇ ਹਾਂ ਕਿ ਵਰਬਲ ਨਾਉਨ ਨੂੰ ਲਗਾ ਸਕਦੇ ਹਾਂ। ਟੋਮੈਟੋਜ਼ ਗੋ ਥਰੂ ਏ ਪ੍ਰੋਸੈਸ ਆਫ ਬੋਇਲਿੰਗ। ਟੋਮੈਟੋਜ਼ ਕਿਹੜੇ ਪ੍ਰੋਸੈਸ 'ਚ ਜਾਂਦੇ ਨੇ, ਬੋਇਲਿੰਗ ਦੀ ਪ੍ਰੋਸੈਸ ਤੋਂ ਜਾਂਦੇ ਨੇ। ਔਰ ਧਿਆਨ ਰੱਖਣਾ ਕਿ ਹਰ ਇੱਕ ਜਗ੍ਹਾ ਤੇ ਆਪਾਂ ਇਹਨੂੰ ਨਹੀਂ ਲਾ ਸਕਦੇ, ਜਿੱਥੇ ਕੋਈ ਪ੍ਰੋਸੈਸ ਹੈ ਆਪਾਂ ਉੱਥੇ ਹੀ ਲਗਾ ਸਕਦੇ ਹਾਂ। ਜਿਵੇਂ ਕਲੈਕਟ ਹੈ, ਕਲੈਕਸ਼ਨ ਕੋਈ ਪ੍ਰੋਸੈਸ ਨਹੀਂ ਹੈਗੀ, ਆਪਾਂ ਇਹ ਨਹੀਂ ਕਹਿ ਸਕਦੇ ਟੋਮੈਟੋਜ਼ ਗੋ ਥਰੂ ਦਾ ਪ੍ਰੋਸੈਸ ਆਫ ਕਲੈਕਸ਼ਨ, ਨਹੀਂ, ਇਹ ਗਲਤ ਹੋ ਜਾਊਗਾ ਕਿਉਂਕਿ ਵਧੀਆ ਨਹੀਂ ਲੱਗਦਾ ਹੈਗਾ, ਕਿਉਂਕਿ ਇਹ ਪ੍ਰੋਸੈਸ ਹੈ ਹੀ ਨਹੀਂ। ਇੱਕ ਚੀਜ਼ ਹੋਰ ਕਿ ਜੇ ਮੰਨ ਲਓ ਆਪਾਂ ਇਹੀ ਸਟਰਕਚਰ ਨੂੰ ਆਪਾਂ ਦੂਜੀ ਵਾਰ ਵੀ ਯੂਜ਼ ਕਰ ਰਹੇ ਹਾਂ, ਤਾਂ ਆਪਾਂ ਗੋ ਥਰੂ ਦੀ ਥਾਂ ਤੇ ਕਿਹੜਾ ਵਰਡ ਆਲਟਰਨੇਟਿਵ ਵਰਡ ਯੂਜ਼ ਕਰਾਂਗੇ, ਇਹਦਾ ਵਰਡ ਯੂਜ਼ ਕਰਾਂਗੇ ਅੰਡਰਗੋ। ਠੀਕ ਹੈ, ਗੋ ਥਰੂ ਕੈਨ ਬੀ ਸਬਸਟੀਟਿਊਟਡ ਵਿਦ ਅੰਡਰਗੋ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਟੋਮੈਟੋਜ਼ ਗੋ ਥਰੂ ਨਹੀਂ, ਟੋਮੈਟੋਜ਼ ਅੰਡਰਗੋ ਏ ਪ੍ਰੋਸੈਸ ਆਫ ਬੋਇਲਿੰਗ। ਹੁਣ ਆਪਾਂ ਇੱਥੇ ਕਿਹੜੇ ਇੱਕ ਹੋਰ ਆਪਾਂ ਦੇਖਦੇ ਹਾਂ ਕਿ ਕਿੱਥੇ ਇਹਨੂੰ ਯੂਜ਼ ਕਰ ਸਕਦੇ ਹਾਂ ਪ੍ਰੋਸੈਸ। ਮੰਨ ਲਓ ਜਿਵੇਂ ਇੱਥੇ ਤਾਂ ਗੋਸ ਥਰੂ ਦਾ ਪ੍ਰੋਸੈਸ ਆਫ, ਕੀ ਨਾਮ ਲੈਂਦੇ ਆਪਾਂ ਕਿਹਾ ਸੀਗਾ ਕਿ ਬੋਇਲਿੰਗ ਦੀ ਪ੍ਰੋਸੈਸ ਚੋਂ ਗੁਜ਼ਰਦਾ, ਤਾਂ ਹੁਣ ਆਪਾਂ ਪੋਰਿੰਗ ਤਾਂ ਨਹੀਂ ਵਧੀਆ ਲੱਗਦਾ ਕਿ ਪੋਰਿੰਗ ਦੀ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ। ਆਪਾਂ ਇੱਥੇ ਕੁਆਲਿਟੀ ਚੈੱਕ ਦੇ ਵਿੱਚ ਜ਼ਰੂਰ ਕਹਿ ਸਕਦੇ ਹਾਂ, ਤਾਂ ਆਪਾਂ ਕਹਿ ਸਕਦੇ ਹਾਂ ਆਲ ਦਾ ਕੈਚਅਪ ਬੋਟਲਸ ਗੋਸ ਥਰੂ ਦ ਪ੍ਰੋਸੈਸ ਆਫ ਕੁਆਲਿਟੀ ਚੈੱਕ ਜਾਂ ਕੁਆਲਿਟੀ ਕੰਟਰੋਲ। ਫਿਰ ਇੱਥੇ ਜ਼ਰੂਰ ਇਹ ਦੋ ਚੀਜ਼ਾਂ ਤੇ ਆਪਾਂ ਪ੍ਰੋਸੈਸ ਦਾ ਯੂਜ਼ ਕਰ ਸਕਦੇ ਸੀ, ਜਾਂ ਅੰਡਰਗੋ ਦਾ ਪ੍ਰੋਸੈਸ ਆਫ ਕੁਆਲਿਟੀ ਕੰਟਰੋਲ ਜਾਂ ਕੁਆਲਿਟੀ ਚੈੱਕ। ਫਿਰ ਆਪਾਂ ਗੱਲ ਕਰਦੇ ਹਾਂ ਨੈਕਸਟ ਆਪਣੇ ਤੀਸਰਾ ਆਪਣਾ ਜੋ ਸੈਂਟੈਂਸ ਸਟਰਕਚਰ ਹੈ, ਦ ਵਰਬਲ ਨਾउन, ਉਹੀ ਵਰਬਲ ਨਾउन ਆਪਾਂ ਅੱਗੇ ਲਿਆ ਕੇ ਫਿਰ ਪਲੱਸ ਆਫ ਆਬਜੈਕਟ ਪਲੱਸ ਟੇਕਸ ਪਲੇਸ। ਹੁਣ ਦੇਖੋ ਕਿਵੇਂ ਐਗਜ਼ਾਮਪਲ ਦਿੱਤਾ ਹੈ ਕਿ ਦ ਬੋਇਲਿੰਗ ਆਫ ਟੋਮੈਟੋਜ਼ ਟੇਕਸ ਪਲੇਸ, ਕਿ ਟੋਮੈਟੋਜ਼ ਦੀ ਬੋਇਲਿੰਗ ਹੁੰਦੀ ਹੈ ਜਾਂ ਕੀਤੀ ਜਾਂਦੀ ਹੈ। ਠੀਕ ਹੈ, ਇਹਦੇ ਵਾਸਤੇ ਆਪਾਂ ਨੂੰ ਜੇ ਕੀਤੀ ਜਾਂਦੀ ਹੈ ਲਾਉਣਾ ਤਾਂ ਟੇਕਸ ਪਲੇਸ ਦੀ ਥਾਂ ਤੇ ਕੀ ਲੱਗ ਜਾਊਗਾ, ਇਜ਼ ਕੈਰੀਡ ਆਊਟ। ਦ ਬੋਇਲਿੰਗ ਆਫ ਟੋਮੈਟੋਜ਼ ਇਜ਼ ਕੈਰੀਡ ਆਊਟ, ਟੇਕਸ ਪਲੇਸ ਦੀ ਥਾਂ ਤੇ ਆਪਾਂ ਇਜ਼ ਕੈਰੀਡ ਆਊਟ ਲਗਾ ਸਕਦੇ ਹਾਂ। ਹੁਣ ਆਪਾਂ ਇੱਥੇ ਹੋਰ ਕਿੱਥੇ ਯੂਜ਼ ਕਰ ਸਕਦੇ ਹਾਂ, ਇੱਥੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਕਲੈਕਸ਼ਨ ਆਫ ਟੋਮੈਟੋਜ਼ ਇਜ਼ ਕੈਰੀਡ ਆਊਟ। ਫਿਰ ਆਪਾਂ ਯੂਜ਼ ਕਰ ਸਕਦੇ ਹਾਂ ਇਹਨੂੰ ਯੈਸ ਲੇਬਲਿੰਗ। ਆਫ ਕੋਰਸ ਆਪਾਂ ਇੱਥੇ 14 ਦੇ ਸਟੈਪ ਦੇ ਵਿੱਚ ਯੂਜ਼ 11 ਦੇ ਸਟੈਪ 'ਚ ਯੂਜ਼ ਕਰ ਸਕਦੇ ਹਾਂ ਕਿ ਟੋਮੈਟੋਜ਼ ਬੋਟਲਸ ਲੇਬਲਿੰਗ ਆਪਣਾ ਆਲਰੇਡੀ ਦਿੱਤਾ ਹੋਇਆ ਹੈ। Labeling of tomatoes bottle is carried out when they are filled with ketchup, ਜਾਂ afterwards they are filled with ketchup। ਤਾਂ ਇੱਥੇ ਯੂਜ਼ ਕਰ ਸਕਦੇ ਹਾਂ ਕਿਤੇ ਹੋਰ, ਹਾਂਜੀ crushing of course, ਮੈਸ਼ਿੰਗ ਕਹਿ ਸਕਦੇ ਹੋ ਕਿ after the collection ਆਪਾਂ ਕਹਿ ਸਕਦੇ ਹਾਂ crushing of tomatoes is carried out and it is converted into puree, ਇਹਨੂੰ ਪਿਊਰੀ ਦੇ ਵਿੱਚ ਬਦਲ ਦਿੱਤਾ ਜਾਂਦਾ ਤਾਂ crushing ਲਗਾ ਕੇ ਆਪਾਂ ਯੂਜ਼ ਕਰ ਸਕਦੇ ਹਾਂ। ਅਗਲਾ ਆਪਣਾ ਜੋ ਸਟਰਕਚਰ ਹੈ ਉਹ ਡਿਪੈਂਡ ਕਰਦਾ ਆਪਣੇ ਡੂਅਰ ਤੇ। ਜੇ ਇਹਦੇ ਵਿੱਚ ਕੋਈ ਡੂਅਰ ਹੋਵੇ, ਡੂਅਰ ਦੋ ਟਾਈਪ ਦੇ ਹੋ ਸਕਦੇ ਹੈ ਅੱਗੇ, ਇੱਕ ਤਾਂ ਕੋਈ ਮੈਨ ਹੋ ਸਕਦਾ ਹੈ, ਇੱਕ ਕੋਈ ਮਸ਼ੀਨ ਹੋ ਸਕਦੀ ਹੈ, ਤਾਂ ਡਿਪੈਂਡ ਕਰਦਾ ਆਪਾਂ ਦੇਖੋ। ਹੁਣ ਡੂਅਰ ਆਪਣੇ ਡੂਅਰ ਦਿੱਤਾ ਹੋਇਆ ਹੈ ਸਟਾਰਟਿੰਗ ਦੇ ਵਿੱਚ, ਜਿਵੇਂ ਇੱਥੇ ਕਿਹਾ ਹੈ ਡੂਅਰ ਪਲੱਸ ਵਰਬ ਪਲੱਸ ਫਸਟ ਫਾਰਮ ਪਲੱਸ ਆਬਜੈਕਟ, ਇਹ ਆਪਣਾ ਐਕਟਿਵ ਹੈ। ਜਿਵੇਂ ਕੋਈ ਵੀ ਕੰਮ ਕੋਈ ਕਰਦਾ ਹੈ ਤਾਂ ਉਸਨੂੰ ਐਸੇ ਤਰੀਕੇ ਯੂਜ਼ ਕਰਦੇ ਹਾਂ ਵੀ ਜਿਹੜਾ ਆਪਣਾ ਸਬਜੈਕਟ ਹੈ, ਫਿਰ ਨਾਲ ਜੇ ਸਿੰਗੂਲਰ ਵਰਬ ਹੈ ਤਾਂ ਪੈਸੇ ਇਸ ਲਾਵਾਂਗੇ, ਜੇ ਪਲੂਰਲ ਵਰਬ ਹੈ ਸਬਜੈਕਟ ਹੈ ਤਾਂ ਆਪਾਂ ਕੱਲਾ ਸਿਰਫ ਵਰਬ ਦੀ ਫਸਟ ਫਾਰਮ ਲਗਾ ਦਾਂਗੇ ਤੇ ਨਾਲ ਆਬਜੈਕਟ ਲਾ ਦਾਂਗੇ। ਜਿਵੇਂ ਇੱਥੇ ਨੇ ਕਿਹਾ ਇਹ ਫੈਕਟਰੀ ਵਰਕਰ ਬੋਇਲਸ ਦਾ ਟੋਮੈਟੋਜ਼, ਵੀ ਫੈਕਟਰੀ ਵਰਕਰ ਕੀ ਕਰਦਾ, ਟੋਮੈਟੋਜ਼ ਨੂੰ ਬੋਇਲ ਕਰਦਾ। ਆਪਾਂ ਉੱਥੇ ਜਿਹੜਾ ਆਪਣਾ ਫਸਟ ਸਟੈਪ ਹੈ ਉਹਦੇ ਵਿੱਚ ਕੀ ਕਿਹਾ ਕਿ ਆਪਣੇ ਫਾਰਮ ਵਰਕਰਸ ਨੇ ਉਹ ਕੀ ਕਰਦੇ ਨੇ, ਕਲੈਕਟ ਕਰਦੇ ਨੇ ਟੋਮੈਟੋਜ਼ ਨੂੰ, ਤਾਂ ਆਪਾਂ ਕਹਿ ਸਕਦੇ ਹਾਂ ਫਾਰਮ ਵਰਕਰ ਜਾਂ ਫਾਰਮ ਵਰਕਰਸ। ਹੁਣ ਦੇਖੋ ਡਿਪੈਂਡ ਕਰਦਾ ਹੈ, ਜੇ ਇਹ ਫਾਰਮਰ ਕਹਿ ਸਕਦੇ ਹਾਂ, ਫਾਰਮਰ ਅ ਵਰਕਰ ਪਿਕਸ ਦਾ ਟੋਮੈਟੋ ਜਾਂ collects the tomato ਜਾਂ plucks the tomato from the plants and collect them into baskets, ਉਹਨਾਂ ਨੂੰ ਬਾਸਕਟ ਦੇ ਵਿੱਚ ਕਲੈਕਟ ਕਰ ਦਿੰਦੇ। ਜੇ ਆਪਾਂ ਪਲੂਰਲ ਦੀ ਗੱਲ ਕਰਦੇ ਹਾਂ ਵਰਕਰਸ, the farm workers pluck the tomatoes and collect them into baskets।
ਇੱਦਾਂ ਹੋ ਜਾਏਗਾ। ਹੁਣ ਨੈਕਸਟ ਦੇ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ ਕਿ ਇਹ ਕਿ ਦੈਨ ਦੇ, ਇੱਥੇ ਵਰਡ ਯੂਜ਼ ਕਰ ਸਕਦੇ ਹਾਂ, ਦੇ ਵੀ ਲਾ ਸਕਦੇ ਹਾਂ, ਨਹੀਂ ਤਾਂ ਫਾਰਮ ਵਰਕਰ ਵੀ ਕਹਿ ਸਕਦੇ ਹਾਂ, ਅੱਗੇ ਪੀਜੈਂਟਸ ਵੀ ਕਹਿ ਸਕਦੇ ਹਾਂ, ਪੀਜੈਂਟਸ ਹੁੰਦੇ farmers. The peasants categorize the collected tomatoes into good and bad quality। ਇਸ ਤਰੀਕੇ ਆਪਾਂ ਯੂਜ਼ ਕਰ ਸਕਦੇ ਹਾਂ। ਫਿਰ ਆਪਾਂ ਗੱਲ ਕਰਦੇ ਹਾਂ ਜੇ ਆਪਣਾ ਜੋ ਯੂਜ਼ਰ ਹੈ ਜਾਂ ਜੋ ਕੰਮ ਕਰਨ ਵਾਲਾ ਬੰਦਾ ਹੈ ਉਹ ਮਸ਼ੀਨ ਯੂਜ਼ ਕਰਦੇ ਹੈ, ਤਾਂ ਮਸ਼ੀਨ ਆਪ ਨਹੀਂ ਕੰਮ ਕਰਦੀ, ਉਹ ਤੋਂ ਕੰਮ ਲਿੱਤਾ ਜਾਂਦਾ, ਉਹਨੂੰ ਯੂਜ਼ ਕੀਤਾ ਜਾਂਦਾ, ਤਾਂ ਆਪਾਂ ਕਹਿ ਦਾਂਗੇ ਵੀ ਜੋ ਵੀ ਹੈ ਡੂਅਰ ਪਲਸ ਇਜ਼ ਯੂਜ਼ਡ ਟੂ ਡੈਟ, ਮਤਲਬ ਵਰਬ ਜੋ ਵੀ ਪਲਸ ਆਬਜੈਕਟ। ਜਿਵੇਂ ਆਪਾਂ ਕਿਵੇਂ ਇਹ ਮਕੈਨੀਕਲ ਆਰਮ ਇਜ਼ ਯੂਜ਼ ਟੂ ਸਲਾਈਸ ਦਾ ਟੋਮੇਟੋਜ਼, ਵੀ ਟੋਮੇਟੋਜ਼ ਨੂੰ ਸਲਾਈਸ ਕਰਨ ਵਾਸਤੇ ਇੱਕ ਮਕੈਨੀਕਲ ਆਰਮ ਯੂਜ਼ ਕੀਤੀ ਜਾਂਦੀ ਹੈ। ਜਿਵੇਂ ਆਪਣੇ ਇੱਥੇ ਹੈਗਾ ਕਿ ਇੱਕ ਆਪਣਾ ਇੱਥੇ ਦਿੱਤਾ ਹੋਇਆ ਹੈ ਕਿ ਫਾਰਮ ਵਰਕ ਜਿਹੜਾ ਟਰੱਕ ਹੈ ਉਹ ਯੂਜ਼ ਕੀਤਾ ਜਾਂਦਾ ਹੈ ਕਾਹਦੇ ਵਾਸਤੇ, ਫੈਕਟਰੀ 'ਚ ਆਪਣੇ ਟੋਮੇਟੋਜ਼ ਨੂੰ ਭੇਜਣ ਵਾਸਤੇ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਅ ਲੋਰੀ ਜਾਂ ਅ ਟਰੱਕ ਇਜ਼ ਯੂਜ਼ਡ to deliver ਜਾਂ to send the tomatoes into factories। ਇੱਦਾਂ ਸੇਮ ਥਿੰਗ ਇੱਥੇ ਵੀ ਜਾਂਦੀ ਹੈ ਵੀ ਇਹ ਇੱਥੇ ਵੀ ਆਪਾਂ ਲੋਰੀ ਨੂੰ ਯੂਜ਼ ਕਰਕੇ ਸੁਪਰ ਮਾਰਕੀਟਸ ਜਾ ਰਹੇ ਹਾਂ, ਤਾਂ ਡਿਪੈਂਡ ਆਪਾਂ ਪਹਿਲਾਂ ਟਰੱਕ ਯੂਜ਼ ਕਰਤਾ, ਦੂਜੇ ਵਾਰ ਲੋਰੀ ਯੂਜ਼ ਕਰ ਦੋ, ਠੀਕ ਹੈ, ਕਿਵੇਂ ਡਿਲੀਵਰੀ ਹੁੰਦੀ ਹੈ। ਹੋਰ ਕੀ ਯੂਜ਼, ਜਿਵੇਂ ਇੱਥੇ ਕ੍ਰਸ਼ ਮਸ਼ੀਨ ਹੋ, ਜਿਵੇਂ ਇਹ ਕ੍ਰਸ਼ਿੰਗ ਮਸ਼ੀਨ ਇਜ਼ ਯੂਜ਼ਡ, ਇੱਥੇ ਵਰਡ ਯੂਜ਼ ਕਰ ਸਕਦੇ ਹਾਂ ਕ੍ਰਸ਼ਿੰਗ ਮਸ਼ੀਨ, ਇਹ ਕ੍ਰਸ਼ਿੰਗ ਮਸ਼ੀਨ ਇਜ਼ ਯੂਜ਼ਡ ਟੂ ਕ੍ਰਸ਼ ਦ ਟੋਮੇਟੋਜ਼, ਹੋ ਗਿਆ। अब इतने मशीन काम कर रही है, इतने कोई बंदा काम कर रहा है तो आप डूअर है, ठीक है। फैक्ट्री वर्कर pour the या ट्रांसफर द prepared tomato into bottles। ਤਾਂ ਇਸ ਤਰੀਕੇ ਆਪਣੇ 5-6 ਟਾਈਪ ਦੇ ਹੋ ਗਏ ਹੈ। ਤੁਸੀਂ ਖੁਦ ਵੀ ਪ੍ਰੈਕਟਿਸ ਕਰ ਸਕਦੇ ਹੋ ਇਹਦੀ ਯੂਜ਼ ਕਰਕੇ ਇਹਨਾਂ ਨੂੰ ਆਪਦੇ ਅਕੋਰਡਿੰਗ ਡਿਪੈਂਡਿੰਗ, ਜਿਵੇਂ ਇੱਥੇ ਮੈਂ ਦਿੱਤਾ ਹੋਇਆ ਕਿ ਜਿਹੜੇ ਐਕਸਰਸਾਈਜ਼ ਹੈ फर्स्ट सैकेंड फिफ्थ ਤੇ 10th 13 ਇਹਨਾਂ ਤਿੰਨਾਂ ਤੇ ਹੀ ਅਪਲਾਈ ਹੋ ਜਾਂਦੇ ਆ ਇਹ ਦੋਨੋਂ ਜੋ ਸਟਰਕਚਰਸ ਨੇ, ਤਾਂ ਇਹਨਾਂ ਨੂੰ ਤੁਸੀਂ ਅਪਲਾਈ ਕਰਕੇ ਦੇਖ ਸਕਦੇ ਹੋ ਜ਼ਰੂਰ। ਆਪਾਂ ਨੈਕਸਟ ਦੇਖਦੇ ਹਾਂ ਵੀ ਕਿਵੇਂ ਕੰਬਾਈਨ ਕਰ ਸਕਦੇ ਹਾਂ ਆਪਾਂ ਮਲਟੀਪਲ ਸਟੈਪਸ ਨੂੰ। ਹੁਣ ਜਿਵੇਂ ਇਹਦੇ 'ਚ 15 ਸਟੈਪਸ ਦਿੱਤੇ ਹੋਏ ਨੇ, ਹੁਣ ਤੁਸੀਂ ਹਰ ਇੱਕ ਸਟੈਪ ਵਾਸਤੇ ਇੱਕ ਲਾਈਨ ਲਿਖੋਗੇ ਤਾਂ ਬਹੁਤ ਛੋਟੀਆਂ ਛੋਟੀਆਂ ਲਾਈਨਸ ਬਣਨਗੀਆਂ, ਤੇ ਨਾ ਹੀ ਤੁਸੀਂ ਕੋਈ ਇੰਪ੍ਰੈਸਿਵ ਲਾਈਨਸ ਲਿਖ ਸਕਦੇ ਹੋ। ਤਾਂ ਆਪਾਂ ਕੀ ਕਰਾਂਗੇ, ਇਹਨਾਂ ਨੂੰ ਯੂਜ਼ ਕਰਾਂਗੇ ਵੀ ਇਹਨਾਂ ਨੂੰ मतलब लिंक करते जाओगे एक दूसरे में, ताकि अपना पैराग्राफ बहुत ही अच्छा और इफेक्टिव लिखा जाए। फर्स्ट है देखो यूज ए सिंपल लिंकिंग एक्सप्रैशन, भी सब तो पहला एक सिंपल जस्ट लिंकिंग एक्सप्रैशन यूज कर सकते हैं, जिमें कि स्ट्रक्चर के विच दिता भी हुआ है, जिमें स्टैप 1 ਦੇ ਵਿੱਚ ਆਪਾਂ ਜਿਹੜਾ भी स्टैप 1 है वो लिख देंगे, फिर आफ्टर विच ला देंगे, फिर स्टैप 2 ला देंगे, मतलब दो जो अपने स्टैप्स है वो कंबाइन हो जाएंगे। There are a number of ways ranging from very simple to complex you can use of to describe two steps in one sentence। The most simple one requires the use of linking words such as after which, ਜਿਹੜਾ ਮੈਂ ਤੁਹਾਨੂੰ ਦੱਸ ਕੇ ਰਹੀ ਹਾਂ ਕਿ ਸਿਰਫ ਆਪਾਂ after which ਲਗਾ ਕੇ ਵੀ ਆਪਾਂ ਦੋ ਜੋ ਸਟੈਪਸ ਆ ਉਹਨੂੰ ਕੰਬਾਈਨ ਕਰ ਸਕਦੇ ਹਾਂ। ਪਹਿਲਾਂ ਦੇਖੋ the tomatoes are boiled, ਵੀ ਪਹਿਲਾਂ ਕਿ ਟੋਮੇਟੋਜ਼ ਨੂੰ ਬੋਇਲ ਕੀਤਾ ਜਾਂਦਾ ਹੈ, after which they are left to cool for 2 hours, मतलब पहला उन्होंने बॉयल करते हैं उदों बाद आफ्टर विच का मतलब होंगे उदों बाद दे आर लैफ्ट टू कूल फॉर 2 hours। तो ऑल्टरनेटिवली अगर आपको इसका ऑल्टरनेटिव भी दिता है, यू कैन यूज आफ्टर विच विद अदर सिमिलर लिंकर्स लाइक फॉलोइंग विच या सबसीक्वेंट विच। हुण भी आफ्टर विच बार बार रिपीट हो रहा है तो तुसीं कह दो फॉलोइंग विच tomatoes are boiled following which they are left to cool for 2 hours। उस तरीके सबसीक्वेंट टू विच भी कह जी लिंकिंग है वर्ड है जो तुसीं इहनूं यूज कर सकते हो। नैक्सट है स्टैंड अलोन कंपलैक्स सेंटेंस। जे आपां कंपलैक्स सेंटेंस की गल करिए, हुण जिवें सैकेंड स्ट्रक्चर दिता है आफ्टर बीइंग, मतलब ये करन तो बाद थर्ड फॉर्म ते आपां यूज करते हैं सैकेंड स्टैप, मतलब पहला जो काम करना है। हुण देखो you can also replace after with subsequent, a relatively complex way to achieve the same and to use the structure before being cooled for 2 hours the tomatoes are boiled। tomatoes ਨੂੰ boil ਕੀਤਾ ਜਾਂਦਾ। देखो ਇਹਦੇ जो structure है वो की है कि बिफोर बीइंग कूल डाउन फॉर 2 hours, मतलब 2 घंटे उन्होंने ठंडा होने तो
ਛੱਡਣ ਤੋਂ ਪਹਿਲਾਂ ਟੋਮੈਟੋਜ਼ ਨੂੰ ਬੋਇਲ ਕੀਤਾ ਜਾਂਦਾ ਹੈ। ਮਤਲਬ ਇਹਦੇ 'ਚ ਜੋ ਸੀਕੁਐਂਸ ਹੈ ਬਿਲਕੁਲ ਹੀ ਚੇਂਜ ਕਰ ਦਿੱਤਾ ਗਿਆ ਕਿ ਪਹਿਲਾਂ ਜੋ ਕਰਨ ਤੋਂ ਪਹਿਲਾਂ ਜਿਹੜਾ ਕੰਮ ਬਾਅਦ 'ਚ ਹੋਇਆ ਉਹ ਪਹਿਲਾਂ ਲਗਾਤਾ ਔਰ ਜੋ ਕੰਮ ਪਹਿਲਾਂ ਹੋਇਆ ਉਹ ਬਾਅਦ 'ਚ ਆਊਗਾ। ਪਰ ਕੋਮਾ ਲਗਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਆਪਾਂ ਪਹਿਲਾਂ ਵਾਲਾ ਯੂਜ਼ ਕੀਤਾ ਉਹਦੇ 'ਚ ਆਫਟਰ ਲਾਇਆ, ਆਫਟਰ ਮਤਲਬ ਇਹ ਤੋਂ ਬਾਅਦ ਪਹਿਲਾਂ ਜਿਹੜਾ ਸਟੈਪ ਹੋਇਆ ਉਹੀ ਸੀਕੁਐਂਸ ਦੇ ਵਿੱਚ ਆਪਾਂ ਲਾ ਰਹੇ ਹਾਂ, ਫਿਰ ਆਫਟਰ ਵਿੱਚ ਲਗਾ ਕੇ ਦੂਜਾ ਸਟੈਪ ਲਗਾ ਦਾਂਗੇ। ਪਰ ਇਹਦੇ ਵਿੱਚ ਕੀ ਹੈ, ਪਹਿਲਾਂ ਜਿਹੜਾ ਕੰਮ ਬਾਅਦ 'ਚ ਹੋਇਆ ਉਹ ਪਹਿਲਾਂ ਲਗਾਉਣਾ ਹੈ ਔਰ ਜਿਹੜਾ ਕੰਮ ਪਹਿਲਾਂ ਹੋਇਆ ਉਹ ਬਾਅਦ 'ਚ ਲਗਾਉਣਾ। ਜਿਵੇਂ ਆਪਾਂ ਇਹਨੂੰ ਹੋਰ ਸੈਂਟੈਂਸ ਦੇ ਵਿੱਚ ਯੂਜ਼ ਕਰਕੇ ਦੇਖੀਏ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ। ਬਿਫੋਰ ਬੀਂਗ, ਇਹ ਧਿਆਨ ਰੱਖਣਾ, ਬਿਫੋਰ ਬੀਂਗ ਕੂਲਡ ਫॉर 2 ਆਵਰਸ, 2 ਘੰਟੇ ਛੱਡਣ ਤੋਂ ਪਹਿਲਾਂ ਟੋਮੈਟੋਜ਼ ਨੂੰ ਕੀ ਕੀਤਾ ਜਾਂਦਾ ਹੈ, ਬੋਇਲ ਕੀਤਾ ਜਾਂਦਾ। ਹੁਣ ਜਿਵੇਂ ਇੱਥੇ ਆਪਾਂ ਹਾਂਜੀ, ਜਿਵੇਂ ਕ੍ਰਸ਼ ਕਰਨ ਤੋਂ ਪਹਿਲਾਂ ਟੋਮੈਟੋਜ਼ ਨੂੰ ਕੀ ਕੀਤਾ ਜਾਂਦਾ ਹੈ, ਕਲੈਕਟ ਕੀਤਾ ਜਾਂਦਾ ਹੈ। ਤਾਂ ਆਪਾਂ ਕੀ ਕਹਾਂਗੇ, ਬਿਫੋਰ ਮੈਸ਼ਿੰਗ ਦ ਟੋਮੈਟੋਜ਼ ਇਨਟੂ ਪਿਊਰੀ, tomatoes are collected or gathered into a huge container। ठीक है। ਇੱਥੇ ਦੂਸਰਾ ਕਹਿ ਸਕਦੇ ਹਾਂ ਵੀ ਕੁਆਲਿਟੀ ਪ੍ਰੋਸੀਜਰ ਤੇ ਜਾਣ ਤੋਂ ਪਹਿਲਾਂ ਇਹਨਾਂ ਦੀ ਲੇਬਲਿੰਗ ਕੀਤੀ ਜਾਂਦੀ ਹੈ। ਠੀਕ ਹੈ, ਤਾਂ ਆਪਾਂ ਕੀ ਕਹਾਂਗੇ, ਬਿਫੋਰ ਕੈਰਿੰਗ ਆਊਟ ਕੁਆਲਿਟੀ ਪ੍ਰੋਸੀਜਰ bottles of ketchup are labeled, ਵੀ ਉਹਨਾਂ ਨੂੰ ਲੇਬਲ ਕੀਤਾ ਜਾਂਦਾ ਹੈ। ਠੀਕ ਹੈ, ਫਿਰ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਇਹਨੂੰ ਸੁਪਰਮਾਰਕੀਟਸ 'ਚ ਭੇਜਣ ਤੋਂ ਪਹਿਲਾਂ ਜੋ ਬੋਟਲਸ ਹੈ ਕੈਚਅਪ ਦੀਆਂ ਉਹਨਾਂ ਨੂੰ ਬਾਕਸ ਕੀਤਾ ਜਾਂਦਾ, ਮਤਲਬ ਇੱਕ ਵੱਡੇ ਬਾਕਸ ਦੇ ਵਿੱਚ ਇਕੱਠਾ ਕੀਤਾ ਜਾਂਦਾ। ਤਾਂ ਬਿਫੋਰ ਬੀਇੰਗ ਡਿਲੀਵਰਡ ਟੂ ਦ ਸੁਪਰਮਾਰਕੀਟਸ ਦ ਕੈਚਅਪ ਬੋਟਲਸ ਆਰ ਸਟੈਕਡ ਇਨਟੂ ਅ ਬਾਕਸ। ਤਾਂ ਇਸ ਤਰੀਕੇ ਆਪਾਂ ਸੈਂਟੈਂਸ ਬਣਾ ਸਕਦੇ ਹਾਂ। ਜਿਹੜਾ ਕੰਮ ਮਤਲਬ ਬਾਅਦ 'ਚ ਹੋਇਆ ਹੁੰਦਾ ਉਹ ਪਹਿਲਾਂ ਲਿਖਣਾ ਹੁੰਦਾ ਹੈ ਤੇ ਜਿਹੜਾ ਕੰਮ ਪਹਿਲਾਂ ਹੋਇਆ ਉਹ ਬਾਅਦ 'ਚ ਲਿਖਣਾ। ਠੀਕ ਹੈ ਜੀ। ਜੇ ਫਿਰ ਵੀ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਕਮੈਂਟ ਬਾਕਸ 'ਚ। ਨੈਕਸਟ ਆਪਾਂ ਗੱਲ ਕਰਦੇ ਹਾਂ, ਹੁਣ ਦੇਖੋ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ 7 ਬੈਂਡ ਅਗਰ ਲੈਣੇ ਤਾਂ ਕੀ ਚੀਜ਼ਾਂ ਰਿਕੁਆਇਰ ਹੁੰਦੀਆਂ। ਦੇਖੋ ਜਿਵੇਂ ਟਾਸਕ 1 ਦੇ ਵਿੱਚ ਦਿੱਤਾ ਹੋਇਆ ਅਕੈਡਮਿਕ ਦਾ ਪ੍ਰੈਜ਼ੈਂਟਸ ਆ ਕਲੀਅਰ ਓਵਰਵਿਊ ਆਫ ਮੇਨ ਟ੍ਰੈਂਡਸ, ਕਹਿੰਦਾ ਵੀ ਮੇਨ ਟ੍ਰੈਂਡ ਨੂੰ ਓਵਰਵਿਊ ਦੇ ਰਿਹਾ। ਮੇਨ ਟ੍ਰੈਂਡ ਕਾਹਦੇ ਹੁੰਦੇ ਉਹ ਤਾਂ ਲਾਈਨ ਗ੍ਰਾਫ 'ਚ ਹੁੰਦੇ ਆ। ਡਿਫਰੈਂਸਿਸ ਕਾਹਦੇ ਵਿੱਚ ਹੁੰਦੇ ਆ, ਜੇ ਕੋਈ 2 ਗ੍ਰਾਫ ਦਿੱਤੇ ਉਹਨਾਂ ਦੇ ਕੰਪੈਰੀਜ਼ਨ ਕੀਤਾ। ਸਟੇਜਿਸ ਕਾਹਦੇ 'ਚ ਹੋਣਗੇ, ਸਟੇਜਿਸ ਤਾਂ ਆਪਣੇ ਪ੍ਰੋਸੈਸ ਚਾਰਟ 'ਚ ਹੀ ਹੋਣਗੇ। ਹੁਣ ਆਪਾਂ ਗੱਲ ਕਰਦੇ, ਦੇਖੋ ਆਪਣਾ ਜੋ ਮੇਨ ਸਭ ਜੋ ਹੁਣ ਦੱਸ ਰਹੀ ਹਾਂ ਮੈਂ ਸਟੇਜਿਸ ਬਾਰੇ ਦੱਸੂਗੀ। ਆਈਡੈਂਟੀਫਾਈਂਗ ਸਟੇਜਿਸ, ਦੋ a process chart might have anywhere from 10 to 20 steps, ਕਹਿੰਦਾ ਵੀ ਹਾਲਾਂਕਿ ਚਾਹੇ 10 ਤੋਂ 20 steps ਹੋਣ, these steps can be categorized into 3 distinct stages। ਇਹਨੂੰ 3 stages 'ਚ ਆਪਾਂ define ਕਰ ਸਕਦੇ ਹਾਂ। Ability to identify stages is important for task achievement score as you can see below। ਜਿਵੇਂ ਆਪਾਂ ਪਹਿਲਾਂ ਹੀ ਮੈਂ ਤੁਹਾਨੂੰ ਪੜ੍ਹਾਤਾ ਕਿ ਇਹਦੇ 'ਚ ਕੀ ਕਿਹਾ ਕਿ ਮੇਨ ਟ੍ਰੈਂਡ ਦਿੱਤੇ ਹੋਣੇ ਚਾਹੀਦੇ ਆ, ਡਿਫਰੈਂਸਿਸ ਦਿੱਤੇ ਹੋਣੇ ਚਾਹੀਦੇ, ਸਟੇਜਿਸ ਹੋਰ ਕਿਸੇ ਵੀ ਚਾਰਟ 'ਚ ਨਹੀਂ ਹੁੰਦੀਆਂ। ਆਪਣੇ 6 ਟਾਈਪ ਦੇ ਟਾਸਕ ਹੁੰਦੇ ਆ, ਸਿਰਫ ਇਹ ਫਲੋ ਚਾਰਟ 'ਚ ਜਾਂ ਪ੍ਰੋਸੈਸ ਚਾਰਟ 'ਚ ਹੀ ਹੁੰਦੇ ਆ। ਤਾਂ ਇਹਨਾਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਚਲੋ ਦੇਖਦੇ ਹਾਂ, ਰਾਈਟਿੰਗ ਐਨ ਓਵਰਵਿਊ ਆਪਾਂ ਕਿਵੇਂ ਓਵਰਵਿਊ ਲਿਖ ਸਕਦੇ ਹਾਂ। ਦੇਖੋ ਐਨ ਓਵਰਵਿਊ ਫॉर ਪ੍ਰੋਸੈਸ ਡਾਇਗ੍ਰਾਮ ਸ਼ੁਡ ਇਨਕਲੂਡ ਦ ਮੇਨ ਸਟੇजेस ਆਫ ਦ ਪ੍ਰੋਸੈਸ, ਫੋਲੋਇੰਗ ਇਜ਼ ਅ ਸਟਰਕਚਰ ਯੂ ਕੈਨ ਯੂਜ਼ ਫॉर ਦਿਸ ਪਰਪਸ। ਹੁਣ ਇਹ 'ਚ ਕੀ ਕੁਝ ਕਹਿ ਸਕਦੇ ਹੋ, ਜਿਵੇਂ ਓਵਰਆਲ ਦਾ ਪ੍ਰੋਸੈਸ appears to take place in 3 distinct stages। ਆਪਾਂ ਓਵਰਆਲ ਚਾਹੇ ਲਿਖਣਾ, ਕੱਲੀਆਂ ਸਟੇजेस ਲਿਖ ਦੋ ਬਹੁਤ ਹੈ। ਕਹਿੰਦਾ ਵੀ ਪ੍ਰੋਸੈਸ ਸਟਾਰਟ ਅਪੀਅਰ ਹੋ ਰਿਹਾ ਹੈ ਕਿ ਇਹ ਟੇਕ ਪਲੇਸ ਹੋ ਰਿਹਾ 3 ਡਿਸਟਿੰਕਟ ਸਟੇजेस ਦੇ ਵਿੱਚ, ਸਟੇਜ 1 ਸਟੇਜ 2 ਤੇ ਸਟੇਜ 3 ਆ ਚੀਜ਼ ਦੇਣੀ। ਹੁਣ ਮੇਰੇ ਕੋਲ ਇੱਕ ਦੂਸਰਾ ਓਵਰਵਿਊ ਹੈਗਾ ਲਿਖਿਆ ਹੋਇਆ ਕਿਸੇ ਹੋਰ ਪ੍ਰੋਸੈਸ ਚਾਰਟ ਦਾ, ਜਿਵੇਂ ਇਹਦੇ 'ਚ ਕਿਹਾ ਓਵਰਆਲ ਦਾ ਪ੍ਰੋਸੈਸ ਅਪੀਅਰਸ ਟੂ ਕੈਰੀਡ ਆਊਟ ਟੇਕ ਪਲੇਸ ਇੱਕੋ ਗੱਲ ਹੈ, is carried out in 3 distinct phases: water collection, electricity generation ਤੇ electricity supply। ਹੁਣ ਇੱਥੇ 3 ਚੀਜ਼ਾਂ ਦਿੱਤੀਆਂ। ਇਹ ਵਾਟਰ ਮਤਲਬ electricity generation ਵਾਲਾ ਆਪਣਾ ਪ੍ਰੋਸੈਸ ਚਾਰਟ ਸੀਗਾ, ਉਹਦੀਆਂ 3 ਸਟੇਜ ਦਿੱਤੀਆਂ ਵੀ ਪਹਿਲਾ ਪਾਣੀ ਇਕੱਠਾ ਕੀਤਾ ਜਾਂਦਾ, ਦੂਜਾ ਹੈਗਾ ਇਲੈਕਟ੍ਰਿਸਿਟੀ ਨੂੰ ਪ੍ਰੋਡਿਊਸ ਕੀਤਾ ਜਾਂਦਾ, ਫਿਰ ਉਹਦੀ ਸਪਲਾਈ ਕੀਤੀ ਜਾਂਦੀ ਹੈ। ਹੁਣ ਆਪਾਂ ਆਪਣੇ ਵਾਲੇ ਟਾਸਕ ਦੇ ਵਿੱਚ ਦੇਖਦੇ ਹਾਂ ਵੀ ਕੀ ਸਟੇजेस ਬਣ ਸਕਦੇ। ਹੁਣ ਦੇਖੋ ਆਪਣੇ ਫਸਟ ਤੋਂ ਲੈ ਕੇ ਸੈਕਿੰਡ 'ਚ ਵੀ ਟੋਮੈਟੋਜ਼ ਨੂੰ ਇਕੱਠਾ ਕੀਤਾ ਜਾ ਰਿਹਾ ਹੈ, ਥਰਡ ਦੇ ਵਿੱਚ ਰਿਮੂਵ, ਫਿਫਥ ਤੱਕ ਤਾਂ ਤੁਸੀਂ ਦੇਖੋ ਕਿ ਸਿਰਫ ਕੀ ਹੋ ਰਿਹਾ, ਟੋਮੈਟੋਜ਼ ਨੂੰ ਹੀ ਕਲੈਕਟ ਕੀਤਾ ਜਾ ਰਿਹਾ। ਤਾਂ ਆਪਣੀ ਪਹਿਲੀ ਸਟੇਜ ਕੀ ਬਣ ਜੂਗੀ, ਟੋਮੈਟੋ ਕਲੈਕਸ਼ਨ।
ठीक है। दूसरी की बन जूगी जिवें टू क्रश, एडिंग, लेबलिंग, बॉयलिंग, ਇੱਥੋਂ ਤਾਂ ਇਹ ਸਾਰੀ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ, ਜਿਹਨੂੰ ਆਪਾਂ ਕੀ ਕਹਿ ਸਕਦੇ ਹਾਂ, ਪ੍ਰੋਡਕਸ਼ਨ ਔਰ ਪ੍ਰਿਪਰੇਸ਼ਨ ਕਹਿ ਸਕਦੇ ਹਾਂ ਵੀ ਇੰਨੇ ਦੇ ਵਿੱਚ ਇਹਦੀ ਪ੍ਰੈਪਰੇਸ਼ਨ ਹੋ ਰਹੀ ਹੈ ਟੋਮੈਟੋਜ਼ ਕੈਚਅਪ ਦੀ। ਤੀਜੇ 'ਚ ਸਾਰਾ ਕੀ ਹੋ ਰਿਹਾ, ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਵਾਸਤੇ ਆਪਾਂ ਗੱਲ ਕਰ ਰਹੇ ਹਾਂ, ਮਤਲਬ ਕਿਵੇਂ ਆਪਾਂ ਭੇਜਣਾ ਹੈ, ਕਿਵੇਂ ਉਹਨੂੰ ਲੇਬਲ ਕਰਨਾ ਹੈ, ਹਨਾ, ਇਸ ਚੀਜ਼ ਦੀ ਗੱਲ ਹੋ ਰਹੀ ਹੈ। ਤਾਂ ਦੇਖੋ ਆਪਣਾ ਜੋ ਓਵਰਵਿਊ ਕੀ ਲਿਖ ਸਕਦੇ ਹਾਂ ਆਪਾਂ ਆਪਣੇ ਟਾਸਕ ਦਾ, ਉਹ ਲਿਖ ਸਕਦੇ ਹਾਂ ਇਸ ਚੀਜ਼ ਨੂੰ ਫੋਲੋ ਕਰਦੇ ਹੋਏ। Overall, the process appears to take place in 3 distinct stages: tomato collection, ketchup preparation, and product marketing. हो गया, बिल्कुल ईजी ते ना ही कोई रिपीटेशन होएगी। फिर इन्हां नूं ही लैके आपां अगे अपना टास्क लिख दांगे। हुण देखो आपां किस तरीके अपने प्रोसैस चार्ट नूं लिखिया होया। देखो, डिस्क्राइब द होल प्रोसैस फ्रॉम बिगिनिंग टू एंड। तो जो पहला है, द गिवन पिक्चर इलुस्ट्रेट्स, की इलुस्ट्रेट कर दी है, द प्रोसेस थ्रू विच टोमेटो केचप इज प्रिपेयर। अपना होगी सिर्फ जो ये प्रोसेस जो कि यूज की जाती है टोमेटो केचप नूं प्रिपेयर करने वास्ते। अपनी जो लाइन सीगी ਇਹਦੇ ਚਾਹੀਏ कि द पिक्चर शोज हाउ टोमेटो केचप इज मेड। हुण आपां इहनूं बस सिर्फ पैराफ्रेज कीता है कि अपने प्रोसेस च क्या है कि द गिवन पिक्चर इलुस्ट्रेट्स द process through which tomato sauce is prepared. Then overall the process can be roughly categorized, कहंदा कि roughly इहनूं categorize कीता जा सकदा है into 3 phases। किहड़ियां 3 phases है? tomato collection, ketchup preparation and product marketing। फिर आपां इन्हां नूं ही लैके अपने stages नूं क्लीयर करांगे, पैराग्राफिंग करांगे। The process begins with, देखो process काते begin होंदा है, picking of tomatoes। देखो अपना प्रोसेस शुरू हो रहा है पिकिंग ऑफ टोमेटोज विच आर देन सॉर्टेड आउट फॉर गुड एंड बैड बिफोर बीइंग सेंट टू द फैक्ट्री। ਇਹਦੇ ਚ ਆਪਾਂ 3 ਇਕੱਠੇ ਹੀ ਜੋ ਸਟੈਪਸ ਹੈ ਇਹਨਾਂ ਨੂੰ ਕੋਲੈਬੋਰੇਟ ਕਰਤਾ। ਦੇਖੋ ਆਪਾਂ ਸਟਾਰਟਿੰਗ ਵਿੱਚ ਦੇਖੀਏ ਇਹਦੇ ਚ ਕੀ ਹੈ, ਇੱਥੇ ਕਲੈਕਸ਼ਨ ਹੋ ਰਹੀ ਹੈ, ਫਿਰ ਸੌਰਟ ਕਰ ਰਹੇ ਗੁੱਡ ਤੇ ਬੈਡ ਦੇ ਵਿੱਚ, ਫਿਰ ਇਹਨਾਂ ਨੂੰ ਡਿਲੀਵਰ ਕੀਤਾ ਗਿਆ। ਤਾਂ ਆਪਾਂ ਤਿੰਨਾਂ ਨੂੰ ਹੀ ਮਿਕਸ ਕਰਤਾ ਔਰ ਤਿੰਨਾਂ ਦੀ ਇੱਕੋ ਹੀ ਲਾਈਨ ਬਣਾਤੀ कि क्या है, picking of tomatoes which are then sorted out for good and bad before being sent to factory। ऐसे sent आएगा before being sent to factories। Here the tomatoes are first destocked। Here क्यों आ गया, क्योंकि ਆਪਾਂ फैक्ट्री ਦੇ ਵਿੱਚ ਪਹੁੰਚ ਗਏ ਹਾਂ। ਤਾਂ फैक्ट्री ਦੇ ਵਿੱਚ ਕੀ ਕੀਤਾ ਜਾਂਦਾ ਹੈ, ਇਹਨਾਂ ਨੂੰ first destock ਕੀਤਾ ਜਾਂਦਾ ਹੈ and then deseeded ਕੀਤਾ ਜਾਂਦਾ ਹੈ। ਮਤਲਬ ਇਹਨਾਂ ਦੇ ਜੋ ਸਟਾਕ ਹੈ, ਇਹਦੀ ਜੋ ਸਕਿਨ ਹੈ ਉਹਨੂੰ ਰਿਮੂਵ ਕੀਤਾ ਜਾਂਦਾ ਹੈ ਤੇ ਇਹਦੇ ਵਿੱਚ ਜੋ ਸੀਡਸ ਹੁੰਦੇ ਉਹਨਾਂ ਨੂੰ ਕੱਢਿਆ ਜਾਂਦਾ ਹੈ। सबसीक्वेंट टू विच, देखो ये अपना लिंकर हो गया। सबसीक्वेंट टू विच जेड़ा ਆਪਾਂ ਹੁਣੇ ਸਿੱਖਿਆ विच आर पुट इनटू ए लार्ज कंटेनर। इदों बाद ਇਹਨਾਂ ਨੂੰ ਕੀ ਕੀਤਾ ਜਾਂਦਾ, ਇੱਕ ਵੱਡੇ ਸਾਰੇ ਕੰਟੇਨਰ ਦੇ ਵਿੱਚ ਪੁੱਟ ਕਰ ਲਿੱਤਾ ਹੈ, ਮਤਲਬ ਕਲੈਕਟ ਕਰ ਲਿੱਤਾ ਜਾਂਦਾ ਹੈ, ਅਕਮੂਲੇਟ ਕਰ ਲਿੱਤਾ ਜਾਂਦਾ ਹੈ। ਤਾਂ ਇਹ ਲਗਾ ਸਕਦੇ ਹਾਂ। ਹੁਣ ਆਪਣੀ ਇਹ ਸਾਰੀ ਕਲੈਕਸ਼ਨ ਦੀ ਸੀ, 5 ਸਟੈਪਸ ਆਪਾਂ ਡਿਸਕ੍ਰਾਈਬ ਕਰ ਚੁੱਕੇ ਹਾਂ ਜੋ ਪਹਿਲੇ ਆਪਣੇ ਕਲੈਕਸ਼ਨ ਦੇ ਸੀ। ਸਿਰਫ कि पहला उन्होंने पिक किया जाता है, कैटागराइज किया जाता है और फैक्ट्री सेंड किया जाता है। फिर इत्थे इन्हां नूं डीस्टॉक ते सीड्स किया जाता है, फिर इन्हां नूं एक वड्डे कंटेनर च इकट्ठा कर दिता जाता है। तो पर अपनी जो स्ट्रक्चर है वो सिर्फ पैसिव रिगार्डिंग नहीं है। पिकिंग ऑफ टोमेटोज विच आर देन सॉर्टेड आउट बैड वन एंड बीइंग सेंट टू द फैक्ट्री बिफोर बीइंग सेंट टू द फैक्ट्री, ये भी आपां हुणे स्ट्रक्चर करके हटे हैं। फिर द फर्स्ट द टोमेटोज आर, ये अपना पैसिव ही है। सबसीक्वेंट टू विच दे आर पुट इनटू ए लार्ज कंटेनर। चलो नैक्सट स्टेज च जाने हैं। इन द नैक्सट स्टेज दे आर मैश्ड बाय प्रैसिंग। इत्थे आपां ये भी लिख सकते सी ए प्रैसिंग मशीन इज यूज्ड टू मैश द टोमेटोज। द मैश टोमेटोज, हुण देखो बार बार तुसीं टोमेटोज नहीं करना, आपां कोशिश करिए कि आपां चेंज करिए। मैश टोमेटोज कह सकते हैं, प्यूरी कह सकते हैं, दिस प्यूरी, ठीक है, या इन दिस प्यूरी। क्या है, द मैश टोमेटोज आर देन एडेड विद द मिक्सचर ऑफ विनेगर, शुगर एंड सॉल्ट। द रिजल्टिंग मिक्सचर, हुण आपां इत्थे टोमेटोज नहीं किया भी जिहड़ा इहदा मिक्सचर बन गया उस नूं अगे लैके चलदे हैं। द रिजल्टिंग मिक्सचर इज देन बॉइल्ड, इहनूं बॉइल किया जांदा है। लेफ्ट टू कूल ऑफ फॉर 2 आवर्स देयर आफ्टर भी एक स्ट्रक्चर है, सॉरी कनैक्टर है, आपां एंड ते लगाया। जरूरी नहीं कि आपां स्टार्टिंग दे विच ही लगावांगे, आपां सिर्फ कनैक्शन बिठाना है। तां अपना सैकेंड स्टेज कंप्लीट हो गया। सैकेंड स्टेज दे विच अपने आही 5 स्टैप सी कि पहला इन्हों क्रश करते हैं, आप इदा भी कह सकते हैं क्रशिंग मशीन इज यूज टू क्रश द टोमेटोज एंड देन इन द प्यूरी 3 प्रोडक्ट्स आर एडेड, दैट्स
sugar, vinegar, salt। ਤੇ ਆਪਾਂ ਇੱਕ ਹੋਰ ਸਟਰਕਚਰ ਸਿੱਖਿਆ ਸੀ ਕਿ ਬਿਫੋਰ ਬੀਇੰਗ left to cool off for 2 hours the tomatoes are boiled ਜਾਂ puree is boiled, ਏਦਾਂ ਵੀ ਲਿਖ ਸਕਦੇ ਸੀ। ਫਿਰ when the ketchup is ready a man ਜਾਂ factory workers transfer them into a bottle, ਏਦਾਂ ਵੀ ਲਿਖ ਸਕਦੇ ਸੀ। depends on you how you use different structures। थर्ड है अपना जो इन द फाइनल स्टेज, फर्स्ट स्टेज होगी सेकंड, फर्स्ट स्टेज ਦੇ ਵਿੱਚ ਆਪਾਂ ਫਰਸਟ ਸਟੇਜ ਨਹੀਂ ਲਿਖਿਆ, ਦ ਪ੍ਰੋਸੈਸ ਬਿਗਿਨਸ ਵਿਦ ਲਗਾਇਆ ਸੀ। ਸੈਕੰਡ ਸਟੇਜ ਦੇ ਵਿੱਚ ਸੈਕੰਡ ਸਟੇਜ ਮੈਂਸ਼ਨ ਕੀਤੀ, ਥਰਡ ਫੇਜ਼ ਵੀ ਕਹਿ ਸਕਦੇ ਹੋ, ਸਟੇਜ ਵੀ ਕਹਿ ਸਕਦੇ ਹੋ, ਫਾਈਨਲ ਫੇਜ਼। ਦ ਸੌਸ ਇਜ਼ ਕੇਅਰਫੁਲੀ ਪੋਰਡ ਇਨਟੂ a bottle each of which, ਹਰ ਇੱਕ ਜਿਹੜੀ each of which ਇਹ ਵੀ ਇੱਕ ਵੇ ਹੈ ਕਨੈਕਟ ਕਰਨ ਦਾ ਆਪਣੇ ਸੈਂਟੈਂਸਸ ਨੂੰ, is then labeled each of them is each of which is then labeled आएगा, them नहीं आएगा, then labeled। Before being boxed the bottles go through a quality check procedure following which the boxes are dispatched to supermarket। भी boxes ਨੂੰ ਕੀ ਕਰਦੇ ਆ, dispatch ਕਰ ਦਿੰਦੇ ਆ supermarket ਦੇ ਵਿੱਚ। ਆਪਾਂ दूसरे तरीके भी देख लिए कि देखो ਆਪਾਂ लेबलिंग ਆਪਾਂ ਇਹ ਕਹਿ ਸਕਦੇ ਸੀ the labeling of bottles, tomato ketchup bottles are labeled and then they go through a process of quality procedure। फिर ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਸੁਪਰਮਾਰਕੀਟ ਭੇਜਣ ਤੋਂ ਪਹਿਲਾਂ ਇਹਨਾਂ ਨੂੰ ਸਟੈਕ ਕੀਤਾ ਜਾਂਦਾ ਹੈ ਬਾਕਸ ਦੇ ਵਿੱਚ। ਆਪਾਂ ਕਹਿ ਸਕਦੇ ਹਾਂ ਬਿਫੋਰ ਸੈਂਡਿੰਗ them to the supermarket, sending them ਜਾਂ delivering them to the supermarket, the ketchup bottles are stacked into boxes, where afterward they are relished by the customers, that's all। ਤਾਂ ਇਹ ਆਪਣਾ ਤਰੀਕਾ ਸੀ ਪ੍ਰੋਸੈਸ ਚਾਰਟ ਨੂੰ ਡਿਸਕ੍ਰਾਈਬ ਕਰਨ ਦਾ। ਆਪਾਂ 5 ਟਾਈਪ ਦੇ ਸੈਂਟੈਂਸ ਸਟਰਕਚਰ ਸਿੱਖੇ ਹੈ, ਜਿਹਦੇ ਵਿੱਚ ਆਪਾਂ ਦੇਖਿਆ ਕਿ ਨੋਨ ਡੂਅਰ ਜਿੱਥੇ ਕੋਈ ਕੰਮ ਕਰਨ ਵਾਲਾ ਨਹੀਂ ਹੁੰਦਾ ਤਾਂ ਆਪਾਂ ਉਹ ਸਟਰਕਚਰਸ ਕਿਵੇਂ ਯੂਜ਼ ਕਰਨੇ ਆ, ਉਹਨਾਂ ਨੂੰ ਵੀ ਅੱਗੇ ਮਤਲਬ अगर ਆਪਾਂ ਇਹਨਾਂ ਨੂੰ 2 ਵਾਰ ਯੂਜ਼ ਕਰ ਰਹੇ ਹਾਂ ਤਾਂ ਆਪਣਾ ਆਲਟਰਨੇਟਿਵ ਦਿੱਤੇ ਹੋਏ ਨੇ। ਗੋ ਥਰੂ ਦਾ ਪ੍ਰੋਸੈਸ ਦੀ ਜਗ੍ਹਾ ਤੇ ਆਪਾਂ ਅੰਡਰਗੋ ਯੂਜ਼ ਕਰ ਸਕਦੇ ਹਾਂ, ਜਿਵੇਂ ਟੇਕਸ ਪਲੇਸ ਦੀ ਥਾਂ ਤੇ ਆਪਾਂ ਇਜ਼ ਕੈਰੀਡ ਆਊਟ, ਵੀ ਇੱਕ ਡਿਫਰੈਂਟ ਤਰੀਕਾ ਹੀ ਹੋ ਜਾਂਦਾ ਵੀ ਆਪਾਂ ਰਿਪੀਟ ਨਹੀਂ ਕਰ ਰਹੇ ਚੀਜ਼ਾਂ ਨੂੰ। ਤਾਂ ਬਹੁਤ ਹੀ ਜ਼ਰੂਰੀ ਹੈ ਕਿ ਆਪਾਂ ਚੀਜ਼ਾਂ ਨੂੰ ਰਿਪੀਟ ਨਾ ਕਰੀਏ। ਆਈ ਹੋਪ ਯੂ ਲਾਈਕ ਦ ਵੀਡੀਓ ਐਂਡ ਪਲੀਜ਼ ਸਪੋਰਟ ਅਸ। ਥੈਂਕ ਯੂ।